ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਆਪਾਂ ਸਾਂਝ ਪਾਉਣੀ ਕਰੀਏ। ਸਤਿਗੁਰਾਂ ਨੇ ਬੜੇ ਦੁਨੀਆ ਦੇ ਉੱਪਰ ਪਰ ਉਪਕਾਰ ਕੀਤੇ। 75 ਸਾਲ ਦੀ ਉਮਰ ਦੇ ਵਿੱਚ ਮੇਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਗੱਦੀ 'ਤੇ ਸੁਭਾਏਮਾਨ ਹੋਏ ਅਤੇ ਉਸ ਤੋਂ ਬਾਅਦ 20 ਸਾਲ ਲਗਾਤਾਰ ਗੁਰਤਾ ਗੱਦੀ 'ਤੇ ਵਿਰਾਜਮਾਨ ਰਹੇ ਗੁਰੂ ਪਾਤਸ਼ਾਹ ਜੀ। 20 ਸਾਲਾਂ ਦੇ ਵਿੱਚ ਐਂ ਕਹਿ ਲਈਏ ਗੁਰੂ ਪਾਤਸ਼ਾਹ ਜੀ ਨੇ, ਗੁਰੂ ਅਮਰਦਾਸ ਪਾਤਸ਼ਾਹ ਨੇ ਬੜੇ ਹੀ ਲੋਕਾਂ ਨੂੰ, ਸੰਗਤਾਂ ਨੂੰ ਤਾਰਨਾ ਕੀਤਾ, ਬੜੇ ਪਰਉਪਕਾਰ ਕੀਤੇ ਦੁਨੀਆ ਦੇ ਉੱਪਰ। ਹੁਣ ਸਤਿਗੁਰੂ ਜੀ ਦੇ ਜੀਵਨ ਦੇ ਵਿੱਚੋਂ ਅੱਜ ਮੈਂ ਸਤੀ ਪ੍ਰਥਾ ਦੀ ਗੱਲ ਕਰਨ ਲੱਗਿਆ। ਗੁਰੂ ਪਾਤਸ਼ਾਹ ਜੀ ਦੇ ਸਮੇਂ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਇਸ ਨਗਰ ਨੂੰ ਵਸਾ ਕੇ ਇੱਥੇ ਰਹਿਣਾ ਕੀਤਾ ਸਤਿਗੁਰਾਂ ਨੇ, ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਿੱਚ ਐਂ ਕਹਿ ਲਈਏ ਇਸ ਨਗਰ ਦੇ ਵਿੱਚ ਬਹੁਤੇ ਹਿੰਦੂ ਪਰਿਵਾਰ ਵੀ ਆ ਕੇ ਵਸਣ ਲੱਗੇ, ਬਹੁਤੇ ਗੁਰਸਿੱਖ ਪਰਿਵਾਰ ਵੀ ਆ ਕੇ ਗੁਰੂ ਕੀ ਇਸ ਨਗਰੀ ਦੇ ਵਿੱਚ ਵਸਣ ਲੱਗੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ। ਹੁਣ ਇੱਕ ਦਿਨ ਕੀ ਹੋਇਆ, ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਸਤੀ ਪ੍ਰਥਾ ਬੜੀ ਜ਼ੋਰਾਂ 'ਤੇ ਸੀ। ਸਤੀ ਪ੍ਰਥਾ, ਇੱਕ ਵਾਰ ਪਹਿਲਾਂ ਆਪਾਂ ਸਤੀ ਪ੍ਰਥਾ ਬਾਰੇ ਪਹਿਲਾਂ ਵੀ ਬੜੇ ਵਾਰ ਵਿਚਾਰ ਕੀਤੀ ਹੈ, ਥੋੜ੍ਹਾ ਜਿਹਾ ਸਮਝਣ ਵਾਸਤੇ ਸਤੀ ਪ੍ਰਥਾ ਬਾਰੇ ਗੱਲ ਕਰੀਏ। ਸਤੀ ਪ੍ਰਥਾ ਸੀ ਵੀ ਜਦੋਂ ਕਿਸੇ ਬੀਬੀ ਦੇ ਨੌਜਵਾਨ ਉਮਰ ਦੇ ਵਿੱਚ ਪਤੀ ਨੇ ਚੜ੍ਹਾਈ ਕਰ ਜਾਣਾ, ਨੌਜਵਾਨ ਅਵਸਥਾ ਹੋਵੇ ਦੋਨਾਂ ਜਣਿਆਂ ਦੀ, ਅਤੇ ਬੀਬੀ ਦੇ ਪਤੀ ਨੇ ਚੜ੍ਹਾਈ ਕਰ ਜਾਣਾ, ਕਿਸੇ ਵੀ ਹਿੰਦੂ ਪਰਿਵਾਰਾਂ ਦੇ ਵਿੱਚ ਸੀ ਇਹ, ਅਤੇ ਉਸ ਬੀਬੀ ਨੂੰ ਜਿਉਂਦੀ ਨੂੰ ਪਤੀ ਦੀ ਚਿਖਾ ਦੇ ਵਿੱਚ ਸਿਰ ਵਾਲੇ ਪਾਸੇ ਬਿਠਾ ਕੇ ਅਤੇ ਉਹਦੀ ਬੁੱਕਲ ਦੇ ਵਿੱਚ ਪਤੀ ਦਾ ਸਿਰ ਰੱਖ ਦਿੱਤਾ ਜਾਂਦਾ ਸੀ। ਉਹਨੂੰ ਕਿਹਾ ਜਾਂਦਾ ਸੀ ਸਤੀ ਕਰਨਾ, ਇਸਤਰੀ ਨੂੰ ਸਤੀ ਕਰ ਦਿੱਤਾ ਕਹਿ ਦਿੰਦੇ। ਅਤੇ ਕਹਿੰਦੇ ਬੀਬੀ ਨੂੰ ਸਿਰਹਾਣੇ ਵੱਲ ਚਿਖਾ ਦੇ ਵਿੱਚ ਬਿਠਾ ਕੇ, ਸਿਰ ਵਾਲੇ ਪਾਸੇ ਬਿਠਾ ਕੇ, ਮ੍ਰਿਤਕ ਸਰੀਰ ਦਾ ਜਿਹੜਾ ਸਿਰ ਸੀ, ਉਹਦੇ ਪਤੀ ਦਾ ਮਰੇ ਹੋਏ ਦਾ ਸਿਰ ਉਹਦੀ ਬੁੱਕਲ ਦੇ ਵਿੱਚ ਰੱਖਿਆ ਜਾਂਦਾ ਸੀ, ਅਤੇ ਬੁੱਕਲ ਦੇ ਵਿੱਚ ਰੱਖ ਕੇ ਅਤੇ ਉਸ ਚਿਖਾ ਨੂੰ ਅੱਗ ਲਾ ਦਿੱਤੀ ਜਾਂਦੀ ਸੀ। ਅਤੇ ਜਿਉਂਦੀ ਬੀਬੀ ਨੂੰ, ਹਿੰਦੂਆਂ ਦੀਆਂ ਧੀਆਂ ਨੂੰ ਜ਼ਿਆਦਾਤਰ, ਕਿਉਂਕਿ ਹਿੰਦੂ ਮੱਤ ਦੇ ਵਿੱਚ ਹੀ ਚੱਲਦਾ ਸੀ ਇਹ ਸਤੀ ਪ੍ਰਥਾ, ਅਤੇ ਜਿਉਂਦੀ ਨੂੰ ਚਿਖਾ ਦੇ ਵਿੱਚ ਸਾੜ ਕੇ ਪਤੀ ਦੇ ਨਾਲ ਹੀ ਸਵਾਹ ਕਰ ਦਿੱਤਾ ਜਾਂਦਾ ਸੀ, ਮਚਾ ਦਿੱਤਾ ਜਾਂਦਾ ਸੀ। ਕਿਉਂ? ਕਿਉਂਕਿ ਕਿਹਾ ਜਾਂਦਾ ਸੀ ਵੀ ਇਹਨੂੰ ਅਸੀਂ ਸਤੀ ਕਰ ਦਿੱਤਾ, ਅੱਜ ਤੋਂ ਬਾਅਦ ਇਹ ਝੂਠੀ ਨਹੀਂ ਰਹੇਗੀ, ਕਹਿਣ ਦਾ ਭਾਵ ਸੁੱਚੀ ਕਰ ਦਿੱਤਾ ਕਹਿ ਦਿੰਦੇ, ਇਹਨੂੰ ਨਾਲ ਹੀ ਅਸੀਂ ਜਲਾ ਦਿੱਤਾ, ਸਤੀ ਕਰ ਦਿੱਤਾ। ਕਿਉਂਕਿ ਦੂਜੇ ਵਿਆਹ ਦੀ ਆਗਿਆ ਨਹੀਂ ਸੀ ਵੀ ਜੇ ਕੋਈ ਇੱਦਾਂ ਦਾ ਰੱਬ ਨਾ ਕਰੇ ਕਿਸੇ ਨਾਲ ਭਾਣਾ ਵਰਤ ਵੀ ਜਾਂਦਾ ਨਾ, ਤਾਂ ਬੀਬੀ ਦੂਜਾ ਵਿਆਹ, ਦੂਜੀ ਸ਼ਾਦੀ ਕਰਕੇ ਬੱਚੇ ਨਹੀਂ ਪਾਲ ਸਕਦੀ ਸੀ। ਇਹ ਕੀਤਾ ਜਾਂਦਾ ਹੁੰਦਾ ਸੀ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਨਗਰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਜਦੋਂ ਹਿੰਦੂ ਪਰਿਵਾਰ ਵੀ ਆ ਕੇ ਵਸਣ ਲੱਗੇ ਨਾ, ਇਹਨਾਂ ਦਿਨਾਂ ਦੇ ਵਿੱਚ ਗੁਰੂ ਜੀ ਦੇ ਕੋਲ ਬੜੇ ਗੁਰਸਿੱਖ ਪਰਿਵਾਰ ਆਏ ਸੀ, ਬੜੇ ਹਿੰਦੂ ਪਰਿਵਾਰ ਵੀ ਗੁਰਸਿੱਖ ਬਣ ਗਏ ਸੀ ਗੁਰੂ ਨਾਲ ਜੁੜ ਕੇ, ਪਰ ਬਹੁਤੇ ਇਹੋ ਜਿਹੇ ਵੀ ਸੀ ਜਿਹੜੇ ਗੁਰੂ ਦਰ ਨਾਲ ਨਹੀਂ ਜੁੜੇ ਸੀ, ਹਿੰਦੂ ਮੱਤ ਦੇ ਵਿੱਚ ਪਰਪੱਕ ਰਹੇ, ਮੰਨਦੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਾਰੀ ਗੱਲ ਨੂੰ ਸੀ, ਪਰ ਨਾਲ ਦੀ ਨਾਲ ਕੀ ਸੀ ਵੀ ਆਪਦੇ ਮੱਤ ਦੇ ਵਿੱਚ ਪਰਪੱਕ ਰਹੇ। ਇੱਕ ਗੱਲ ਮੈਂ ਹੋਰ ਸੰਗਤ ਨਾਲ ਇੱਥੇ ਸਾਂਝੀ ਕਰ ਲਵਾਂ, ਕਦੇ ਵੀ ਗੁਰਮੱਤ ਦੇ ਵਿੱਚ ਕਿਸੇ ਗੁਰੂ ਸਾਹਿਬਾਨ ਨੇ ਜਾਂ ਗੁਰਬਾਣੀ ਨੇ ਇਹ ਨਹੀਂ ਕਿਹਾ ਵੀ ਆਪਦੇ ਮੱਤ ਨੂੰ, ਆਪਦੇ ਧਰਮ ਨੂੰ, ਆਪਦੇ ਪੰਥ ਨੂੰ ਛੱਡ ਕੇ ਸਿੱਖੀ ਦੇ ਵਿੱਚ, ਸਿੱਖ ਪੰਥ ਦੇ ਵਿੱਚ ਜਾਂ ਸਿੱਖ ਮੱਤ ਦੇ ਵਿੱਚ ਪ੍ਰਵੇਸ਼ ਕਰ ਲਵੋ। ਧੱਕੇ ਨਾਲ ਨਹੀਂ ਕਿਹਾ। ਦੇਖੋ ਆਪਦੀ ਮਰਜ਼ੀ ਨਾਲ ਭਾਵੇਂ ਜਿੰਨੇ ਮਰਜ਼ੀ ਗੁਰੂ ਸਾਹਿਬ ਜੀ ਦੇ ਨਾਲ ਕੋਈ ਵੀ ਜੀਵ ਜੁੜ ਸਕਦਾ ਹੈ, ਕਿਸੇ ਵੀ ਧਰਮ ਦਾ ਹੋਵੇ ਪ੍ਰਾਣੀ, ਉਹ ਜੁੜ ਸਕਦਾ ਹੈ ਆ ਕੇ ਇਸ ਪੰਥ ਧਰਮ ਦੇ ਨਾਲ, ਪਰ ਧੱਕੇ ਨਾਲ ਕਿਸੇ ਨੂੰ ਨਹੀਂ ਕਿਹਾ ਜਾਂਦਾ। ਜਿਵੇਂ ਔਰੰਗਜ਼ੇਬ ਵੇਲੇ ਕਿਹਾ ਜਾਂਦਾ ਸੀ ਨਾ ਵੀ ਧਰਮ ਤਬਦੀਲ ਕਰ ਲੈ ਨਹੀਂ ਤਾਂ ਤੈਨੂੰ ਮਾਰ ਦਿੱਤਾ ਜਾਵੇਗਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਮੇਂ
ਔਰੰਗਜ਼ੇਬ ਦਾ ਇਹੀ ਜ਼ੋਰ ਸੀ, ਡੰਡੇ ਦੇ ਨਾਲ ਧਰਮ ਪਰਿਵਰਤਨ ਕਰਵਾਉਂਦਾ ਸੀ ਲੋਕਾਂ ਦਾ। ਜਾਂ ਐਂ ਕਹਿ ਲਈਏ ਅੱਜ ਦੇ ਸਮੇਂ ਦੇ ਵਿੱਚ ਵੀ ਬਹੁਤੇ ਇਹੋ ਜਿਹੇ ਆ ਜਿਹੜੇ ਧੱਕੇ ਦੇ ਨਾਲ ਧਰਮ ਪਰਿਵਰਤਨ ਕਰਵਾਉਂਦੇ ਆ ਲੋਕਾਂ ਦਾ। ਪਰ ਸਿੱਖ ਮੱਤ ਦੇ ਵਿੱਚ ਕਦੇ ਤੁਹਾਨੂੰ ਇਹ ਨਹੀਂ ਮਿਲੇਗਾ ਵੀ ਧੱਕੇ ਦੇ ਨਾਲ ਧਰਮ ਪਰਿਵਰਤਨ ਕਰਵਾਇਆ ਜਾਵੇ ਕਿਸੇ ਦਾ, ਜਾਂ ਕਰਵਾਇਆ ਗਿਆ ਹੋਵੇ ਪਹਿਲਾਂ। ਸਤਿਗੁਰੂ ਤਾਂ ਇਹ ਕਹਿੰਦੇ ਰਹੇ, ਅੱਜ ਵੀ ਕਹਿੰਦੇ ਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ, ਜੇਕਰ ਭਾਈ ਗੁਰਸਿੱਖਾਂ ਦੇ ਘਰ ਦੇ ਵਿੱਚ ਜੰਮਿਆ ਤਾਂ ਸਿੱਖੀ ਦੇ ਵਿੱਚ ਪਰਪੱਕ ਹੋ। ਜੇ ਹਿੰਦੂ ਧਰਮ ਮੱਤ ਦੇ ਵਿੱਚ ਜਨਮ ਲਿਆ ਹੈ ਤਾਂ ਹਿੰਦੂ ਮੱਤ ਦੇ ਵਿੱਚ, ਆਪਦੇ ਧਰਮ ਦੇ ਵਿੱਚ ਪਰਪੱਕ ਹੋ। ਜੇ ਮੁਸਲਮਾਨਾਂ ਦੇ ਘਰ ਜੰਮਿਆ ਤਾਂ ਮੁਸਲਮਾਨ ਧਰਮ ਦੇ ਵਿੱਚ ਪਰਪੱਕ ਹੋ। ਜੇ ਈਸਾਈਆਂ ਦੇ ਘਰ ਦਾ ਜੰਮਿਆ ਹੋਇਆ ਤਾਂ ਈਸਾਈ ਧਰਮ ਦੇ ਵਿੱਚ, ਆਪਦੇ ਵਿੱਚ ਪਰਪੱਕ ਹੋ। ਕਦੇ ਨਹੀਂ ਕਿਹਾ ਗੁਰੂ ਸਾਹਿਬ ਨੇ ਵੀ ਤੂੰ ਧਰਮ ਪਰਿਵਰਤਨ ਕਰਕੇ ਇੱਧਰ ਆ ਜਾ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਸਮੇਂ ਗੋਇੰਦਵਾਲ ਦੇ ਵਿੱਚ ਬਹੁਤੇ ਹਿੰਦੂ ਪਰਿਵਾਰ ਰਹਿੰਦੇ ਸੀ। ਤੇ ਇੱਕ ਦਿਨ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਸ ਨਗਰ ਦੇ ਵਿੱਚ ਕਿਸੇ ਹਿੰਦੂ ਵੀਰ ਨੇ ਨੌਜਵਾਨ ਅਵਸਥਾ ਦੇ ਵਿੱਚ ਚੜ੍ਹਾਈ ਕਰ ਦਿੱਤੀ, ਸਰੀਰ ਤਿਆਗ ਦਿੱਤਾ ਕਹਿ ਲਈਏ। ਤੇ ਹੁਣ ਪਰਿਵਾਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਵੀ ਚੱਲ ਕੇ ਆਇਆ। ਤੇ ਜਦੋਂ ਚੱਲ ਕੇ ਆਏ ਗੁਰੂ ਸਾਹਿਬ ਜੀ ਦੇ ਕੋਲ ਮਿੰਨਤਾਂ ਵੀ ਕੀਤੀਆਂ, ਸਤਿਗੁਰਾਂ ਦੇ ਤਰਲੇ ਕੀਤੇ, ਮਹਾਰਾਜ ਇਹਨੂੰ ਜਿਉਂਦਾ ਕਰ ਦਿਓ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਹੀਂ, ਅਸੀਂ ਅਕਾਲ ਪੁਰਖ ਜੀ ਦੇ ਸ਼ਰੀਕ ਨਹੀਂ ਬਣ ਸਕਦੇ ਭਾਈ। ਦੇਖੋ ਇਹਨੂੰ ਇੰਨੀ ਆਰਜੂ ਮਿਲੀ ਹੋਈ ਸੀ ਪਰਮਾਤਮਾ ਦੇ ਵੱਲੋਂ, ਇਹਨੇ ਆਪਦੀ ਉਸ ਆਰਜਾ ਨੂੰ ਭੋਗਿਆ। ਜਿੰਨੇ ਸਵਾਸ ਇਹਨੂੰ ਪਰਮਾਤਮਾ ਵੱਲੋਂ ਬਖਸ਼ਿਸ਼ ਹੋਏ ਸੀ, ਉਨੇ ਸਵਾਸ ਇਹਨੇ ਸੰਸਾਰ ਦੇ ਵਿੱਚ ਲਏ। ਹੁਣ ਇਹਦਾ ਜਾਣਾ ਤੈਅ ਸੀ, ਇਹ ਦਿਨ ਮੁਕਰਰ ਕੀਤਾ ਸੀ ਪਰਮਾਤਮਾ ਵੱਲੋਂ, ਇਹਨੇ ਇਸ ਦਿਨ ਇੱਥੋਂ ਧਰਤੀ ਤੋਂ ਸਰੀਰ ਕਰਕੇ ਚਲੇ ਜਾਣਾ ਸੀ। ਤੇ ਮਹਾਰਾਜ ਕਹਿੰਦੇ ਹੁਣ ਇਹਨੂੰ ਅਸੀਂ ਜਿਉਂਦਾ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਅਸੀਂ ਪਰਮਾਤਮਾ ਦੇ ਕੰਮ ਦੇ ਵਿੱਚ ਅੜਿੱਕਾ ਨਹੀਂ ਬਣ ਸਕਦੇ। ਸਤਿਗੁਰਾਂ ਨੇ ਜਦੋਂ ਇਹ ਜਵਾਬ ਦੇ ਦਿੱਤਾ, ਚਲੋ ਅਗਲੇ ਦਿਨ ਉਸ ਸਰੀਰ ਦਾ, ਮ੍ਰਿਤਕ ਸਰੀਰ ਦਾ ਕਿਰਿਆ ਕਰਮ ਕੀਤਾ ਪਰਿਵਾਰ ਵਾਲਿਆਂ ਨੇ। ਹੁਣ ਕਿਰਿਆ ਕਰਮ ਕਰਦਿਆਂ ਕੀ ਕੀਤਾ ਗਿਆ ਸੰਗਤ ਜੀ? ਸਤੀ ਪ੍ਰਥਾ ਨੂੰ ਮੁੱਖ ਰੱਖਿਆ ਗਿਆ। ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਜਦੋਂ ਗੱਲ ਆਈ ਨਾ ਵੀ ਮਹਾਰਾਜ ਸਤੀ ਕੀ ਪ੍ਰਥਾ ਚੱਲਦੀ ਹੈ ਇੱਥੇ ਪੂਰੇ ਭਾਰਤ ਦੇ ਅੰਦਰ, ਸਤੀ ਪ੍ਰਥਾ, ਕਿਉਂਕਿ ਸਤਿਗੁਰਾਂ ਕੋਲ ਪਹਿਲਾਂ ਵੀ ਗੱਲਾਂ ਬੜੀਆਂ ਪਹੁੰਚ ਚੁੱਕੀਆਂ ਸੀ ਜਿਨ੍ਹਾਂ ਦਾ ਗੁਰੂ ਸਾਹਿਬ ਜੀ ਨੇ ਖੰਡਨ ਕਰਨਾ ਸੀ। ਜਿਹੜੀਆਂ ਚੀਜ਼ਾਂ ਨੂੰ ਗੁਰੂ ਸਾਹਿਬ ਜੀ ਨੇ ਰੋਕਣਾ ਸੀ ਨਾ, ਖੰਡਨ ਕਰਨਾ ਸੀ, ਉਹ ਪਹਿਲਾਂ ਬੜੀਆਂ ਗੁਰੂ ਸਾਹਿਬ ਕੋਲ ਸਾਰੀਆਂ ਸ਼ਿਕਾਇਤਾਂ ਆ ਚੁੱਕੀਆਂ ਸੀ। ਇੱਕ ਤਾਂ ਦੇਖੋ ਲੰਗਰ ਪ੍ਰਥਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਜ਼ੋਰਾਂ ਸ਼ੋਰਾਂ ਤੇ ਚਲਾਈ। ਲੰਗਰ ਪ੍ਰਥਾ ਪਹਿਲਾਂ ਕੀ ਸੀ, ਗੁਰੂ ਨਾਨਕ ਜੀ ਵੇਲੇ ਲੰਗਰ ਜ਼ਰੂਰ ਚੱਲਿਆ, ਗੁਰੂ ਅੰਗਦ ਦੇ ਮਹਾਰਾਜ ਜੀ ਵੇਲੇ ਲੰਗਰ ਜ਼ਰੂਰ ਚੱਲਿਆ, ਪਰ ਜਿਹੜੀ ਸਮੇਂ ਦੀ ਹਕੂਮਤ ਹੁੰਦੀ ਸੀ ਉਹ ਰੋਕ ਲਾਉਂਦੀ ਰਹੀ ਹੈ। ਪਹਿਲਾਂ ਰੋਕ ਲਾ ਦਿੰਦੇ ਸੀ ਵੀ ਤੁਸੀਂ ਲੰਗਰ ਬਣਾ ਕੇ ਸਾਰਿਆਂ ਨੂੰ, ਤੁਸੀਂ ਰਾਜੇ ਰਾਣੇ ਵੀ ਇੱਥੇ ਬੈਠ ਕੇ ਲੰਗਰ ਛਕਣ ਲਾ ਦਿੰਦੇ ਹੋ, ਤੁਸੀਂ ਗਰੀਬਾਂ ਨੂੰ ਭਿਖਾਰੀਆਂ ਨੂੰ ਵੀ ਇਸੇ ਪੰਗਤ 'ਚ ਲੰਗਰ ਛਕਾ ਦਿੰਦੇ ਹੋ, ਵੱਖਰਾ ਕਿਉਂ ਨਹੀਂ ਛਕਾਉਂਦੇ ਰਾਜੇ ਰਾਣਿਆਂ ਨੂੰ? ਜਾਂ ਐਂ ਕਹਿ ਲਈਏ ਲੰਗਰ ਦੇ ਵਿੱਚ ਉੱਥੇ ਜਾਤ ਪਾਤ ਦਾ ਵੀ ਬੜਾ ਕੋਈ ਨਹੀਂ ਕੀਤਾ ਜਾਂਦਾ ਆਪਣੇ ਗੁਰੂ ਦੇ ਲੰਗਰ ਦੇ ਵਿੱਚ, ਪਰ ਉਹਨਾਂ ਲੋਕਾਂ ਦੇ ਵਿੱਚ ਉਦੋਂ ਜਾਤ ਪਾਤ ਦਾ ਵੀ ਬੜਾ ਹੰਕਾਰ ਹੁੰਦਾ ਸੀ। ਹੁਣ ਬ੍ਰਾਹਮਣ ਲੋਕ ਕਹਿੰਦੇ ਸੀ ਅਸੀਂ ਵੱਡੀ ਜਾਤ ਦੇ ਹਾਂ, ਵੱਡੀ ਕੁਲ ਦੇ ਹਾਂ, ਤੇ ਸਾਨੂੰ ਤੁਸੀਂ ਇਸੇ ਪੰਗਤ 'ਚ ਹੀ ਉੱਥੇ ਹੀ ਸ਼ੂਦਰਾਂ ਨਾਲ ਬਹਾ ਕੇ ਪ੍ਰਸ਼ਾਦਾ ਛਕਾ ਦਿੰਦੇ ਹੋ। ਇਹ ਵੀ ਗੁਰੂ ਸਾਹਿਬ ਜੀ ਦੀ ਸ਼ਿਕਾਇਤ ਰੂਪ ਦੇ ਵਿੱਚ ਚਿੱਠੀ ਅਕਬਰ ਕੋਲ ਪਹੁੰਚ ਚੁੱਕੀ ਸੀ। ਅਕਬਰ ਬਾਦਸ਼ਾਹ ਸਮੇਂ ਦਾ, ਹਕੂਮਤ ਦਾ ਮਾਲਕ ਸੀ ਉਸ ਟਾਈਮ ਤੇ। ਉਹਦੇ ਕੋਲ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਦੀ ਆ ਵੀ ਸ਼ਿਕਾਇਤ ਲਿਖਤੀ ਰੂਪ ਦੇ ਵਿੱਚ ਅਕਬਰ ਕੋਲ ਜਾ ਚੁੱਕੀ ਸੀ। ਤੇ ਫਿਰ ਸਤੀ ਪ੍ਰਥਾ ਵਾਲੀਆਂ ਵੀ ਗੁਰੂ ਸਾਹਿਬ ਜੀ ਕੋਲ ਗੱਲਾਂ ਆ ਗਈਆਂ ਸੀ। ਮਹਾਰਾਜ ਕਹਿੰਦੇ ਇਹ ਵੀ ਆਪਾਂ ਬੰਦ ਕਰਨੀ ਆ ਭਾਈ, ਰੋਕਣੀ ਹੈ। ਉਸ ਧੀ ਦਾ ਕੀ ਕਸੂਰ ਹੈ ਜਿਹਦਾ ਪਤੀ ਚੜ੍ਹਾਈ ਕਰ ਜਾਂਦਾ ਹੈ? ਧੀ ਦਾ ਤਾਂ ਕੋਈ ਕਸੂਰ ਨਹੀਂ ਨਾ, ਉਹਨੇ ਤਾਂ ਇੱਕ ਤਾਂ ਆਪਦੇ ਪਰਿਵਾਰ ਦਾ ਜੀ, ਆਪਦਾ ਪਤੀ, ਆਪਦੀ ਜ਼ਿੰਦਗੀ ਦਾ ਹਿੱਸਾ ਖੋਲਿਆ, ਦੂਸਰਾ ਉਹਦੇ ਨਾਲ ਇਹ ਕਰ ਦੇਣਾ ਵੀ ਉਹਨੂੰ ਜਲਾ ਦੇਣਾ ਜਿਉਂਦੀ ਨੂੰ, ਬੜਾ ਮਾੜਾ ਕੰਮ ਹੈ। ਚਲੋ ਉਹਨਾਂ ਦਿਨਾਂ ਦੇ ਵਿੱਚ ਜਦੋਂ ਸਤੀ ਪ੍ਰਥਾ ਕਰਨ ਲੱਗੇ ਨਾ ਉਸ ਨਗਰ ਦੇ ਵਿੱਚ, ਇਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਰੋਕ ਦਿੱਤਾ ਉਹਨਾਂ ਨੂੰ। ਮਹਾਰਾਜ ਕਹਿੰਦੇ ਨਹੀਂ ਕਰਨਾ ਭਾਈ, ਇਹ ਜਿਹੜਾ ਮ੍ਰਿਤਕ ਸਰੀਰ ਆ ਨਾ, ਮ੍ਰਿਤਕ ਸਰੀਰ ਨੂੰ ਕੱਲੇ ਨੂੰ ਜਲਾਓ ਲੱਕੜ ਦੇ ਵਿੱਚ, ਕੱਲੇ ਨੂੰ ਇਹਨੂੰ ਤੁਸੀਂ ਜਲਾ ਸਕਦੇ ਹੋ, ਪਰ ਤੁਸੀਂ ਨਾਲ ਇਹਦੀ ਪਤਨੀ, ਇਹਦੇ ਘਰ ਵਾਲੀ ਬੀਬੀ ਦਾ ਕੀ ਕਸੂਰ ਆ, ਉਹਨੂੰ ਜਿਉਂਦੀ ਨੂੰ ਕਿਉਂ ਜਲਾਉਣ ਲੱਗੇ ਹੋ?
ਉੱਥੇ ਦੇਖੋ ਜੀ ਜਾਤ ਅਭਿਮਾਨੀ ਲੋਕ ਵੀ ਬੜੇ ਹੰਕਾਰੀ ਵੀ ਹੁੰਦੇ ਆ। ਦੇਖੋ ਕਈਆਂ ਨੂੰ ਆਪਦੇ ਧਰਮ ਦਾ ਜਾਂ ਐਂ ਕਹਿ ਲਈਏ ਆਪਦੇ ਪੰਥ ਦਾ ਜਾਂ ਆਪਦੀ ਜਾਤ ਦਾ ਹਉਮੈ ਹੁੰਦੀ ਆ, ਹੰਕਾਰ ਹੁੰਦੀ ਆ। ਕਈਆਂ ਨੂੰ ਪੈਸੇ ਟਕੇ ਦਾ ਹੰਕਾਰ ਹੁੰਦਾ, ਧਨ ਦਾ ਦੌਲਤ ਜ਼ਮੀਨਾਂ ਜਾਇਦਾਦਾਂ ਦਾ ਹੰਕਾਰ ਹੁੰਦਾ। ਕਈਆਂ ਦੇ ਵਿੱਚ ਉੱਚੇ ਸਰਕਾਰੇ ਦਰਬਾਰੇ ਸੁਣੇ ਜਾਣ ਦਾ ਹੰਕਾਰ ਹੁੰਦਾ ਵੀ ਸਾਡੀ ਤਾਂ ਸਰਕਾਰੇ ਦਰਬਾਰੇ ਸੁਣੀ ਜਾਂਦੀ ਆ ਗੱਲ, ਸਾਡੀ ਤਾਂ ਸਰਕਾਰ ਨਾਲ ਬਣਦੀ ਆ, ਉਹ ਹਉਮੈ ਹੁੰਦੀ ਆ। ਦੇਖੋ ਸਾਰੇ ਪ੍ਰਕਾਰ ਦੇ ਲੋਕ ਉਸ ਸਮੇਂ 'ਤੇ ਵੀ ਸੀਗੇ। ਉਹਨਾਂ ਸਾਰਿਆਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿਣਾ ਕੀਤਾ, ਕਹਿੰਦੇ ਇਹ ਅਸੀਂ ਨਹੀਂ ਰੋਕ ਸਕਦੇ, ਇਹ ਤਾਂ ਪਹਿਲਾਂ ਤੋਂ ਪਰੰਪਰਾ ਚੱਲਦੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੈਂ ਅੱਜ ਤੋਂ ਬਾਅਦ ਇਹ ਪਰੰਪਰਾ ਨੂੰ ਬੰਦ ਕਰਵਾਵਾਂਗਾ, ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕਰਾਂਗਾ, ਉਹ ਕਿਰਪਾ ਕਰਨਗੇ, ਪਰੰਪਰਾ ਅੱਜ ਤੋਂ ਬਾਅਦ ਨਹੀਂ ਚੱਲੂਗੀ ਇੱਥੇ। ਜਦੋਂ ਇਹ ਗੱਲ 'ਤੇ ਰੋਕ ਲਾ ਦਿੱਤੀ ਨਾ ਸਤੀ ਪ੍ਰਥਾ 'ਤੇ, ਇਹ ਬੜੇ ਉੱਥੇ ਲੋਕਾਂ ਨੇ ਫਿਰ ਵਿਰੋਧਤਾ ਵੀ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਦੀ, ਕਿਉਂਕਿ ਸੱਚ ਦੀ ਵਿਰੋਧਤਾ ਹੁੰਦੀ ਹੈ ਸੰਗਤ ਜੀ। ਸੱਚ ਦੀ ਵਿਰੋਧਤਾ ਅੱਜ ਤੋਂ ਨਹੀਂ ਪਹਿਲਾਂ ਤੋਂ ਹੁੰਦੀ ਆਈ ਆ। ਗੁਰੂ ਨਾਨਕ ਜੀ ਨੇ ਬਾਬਰ ਦੇ ਵਿਰੁੱਧ ਸੱਚ ਬੋਲਿਆ ਤਾਂ ਸੱਚ ਦੀ ਵਿਰੋਧਤਾ ਬਾਬਰ ਨੇ ਵੀ ਕੀਤੀ। ਪਖੰਡ ਦੇ ਵਿਰੁੱਧ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੋਲਿਆ, ਪਖੰਡ ਕਰਨ ਵਾਲਿਆਂ ਨੇ ਗੁਰੂ ਨਾਨਕ ਦੀ ਵਿਰੋਧਤਾ ਕੀਤੀ। ਹਮਾਊਂ ਵਰਗਿਆਂ ਨੂੰ ਸੱਚ ਬੋਲ ਦਿੱਤਾ ਗੁਰੂ ਅੰਗਦ ਦੇ ਮਹਾਰਾਜ ਜੀ ਨੇ, ਵਿਰੋਧਤਾ ਹਮਾਊਂ ਵਰਗਿਆਂ ਨੇ ਵੀ ਗੁਰੂ ਸਾਹਿਬ ਜੀ ਦੀ ਕੀਤੀ। ਹੁਣ ਅਕਬਰ ਦੇ ਸਮੇਂ ਗੁਰੂ ਪਾਤਸ਼ਾਹ ਜੀ ਨੇ ਜਦੋਂ ਸਤੀ ਪ੍ਰਥਾ ਨੂੰ ਬੰਦ ਕਰਨ ਦੀ ਗੱਲ ਕਰ ਦਿੱਤੀ, ਉਦੋਂ ਵਿਰੋਧਤਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਵੀ ਬੜੀ ਹੋਈ, ਕਿਉਂਕਿ ਸੱਚ ਸੀ, ਸੱਚ ਬੋਲਿਆ ਗੁਰੂ ਸਾਹਿਬ ਜੀ ਨੇ। ਤੇ ਗੁਰਬਾਣੀ ਸੱਚੀ ਹੈ ਸੰਗਤ ਜੀ। ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚ ਹੀ ਕਹਿ ਰਹੇ ਨੇ। ਦੇਖੋ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹੁੰਦੇ ਨਾ ਅੰਮ੍ਰਿਤ ਵੇਲੇ, ਆਪ ਹੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬੋਲਦੇ ਆ ਨਾ ਸੱਚੀ ਬਾਣੀ। ਇਹਨੂੰ ਸੱਚੀ ਬਾਣੀ ਕਿਉਂ ਕਿਹਾ ਜਾਂਦਾ? ਕਿਉਂਕਿ ਸੱਚ ਬੋਲਣ ਵਾਲੀ ਹੈ। ਉਹ ਭਾਵੇਂ ਕਿਸੇ ਦੇ ਵੀ ਜੀਵਨ ਦੇ ਵਿੱਚ ਕੋਈ ਕਮੀ ਸਾਡੇ ਵਰਗਿਆਂ ਦੇ ਹੋਵੇ, ਉਹਨਾਂ ਨੂੰ ਲੱਗਦਾ ਜੀ ਇਹ ਤਾਂ ਐਵੇਂ ਹੀ ਕਹਿੰਦੇ ਆ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸੱਚ ਅੱਜ ਵੀ ਬੋਲਦੀ ਆ। ਉਹਨਾਂ ਸਮਿਆਂ 'ਤੇ ਵੀ ਸੱਚ ਕਿਹਾ ਸਤਿਗੁਰਾਂ ਨੇ। ਤੇ ਜਦੋਂ ਗੁਰੂ ਸਾਹਿਬ ਜੀ ਨੇ ਸਤੀ ਪ੍ਰਥਾ 'ਤੇ ਰੋਕ ਲਾ ਦਿੱਤੀ ਨਾ, ਕਹਿਣ ਦਾ ਭਾਵ ਉਸ ਵੀਰ ਦਾ ਕੱਲਾ ਸਰੀਰ ਜਲਾਇਆ ਗਿਆ, ਗੁਰੂ ਸਾਹਿਬ ਨੇ ਨਹੀਂ ਕਰਨ ਦਿੱਤਾ ਉਹ। ਤੇ ਸੰਗਤ ਜੀ ਜਿਹੜੇ ਲੁੱਟ ਦੇ ਕੇਂਦਰ ਜਿਨ੍ਹਾਂ ਨੇ ਖੋਲ੍ਹੇ ਹੋਏ ਸੀ, ਜਾਤਾਂ ਪਾਤਾਂ ਦੇ ਤੌਰ 'ਤੇ ਧਰਮਾਂ ਨੂੰ ਵੰਡਿਆ ਹੋਇਆ ਸੀ ਜਿਨ੍ਹਾਂ ਲੋਕਾਂ ਨੇ, ਉਸ ਟਾਈਮ 'ਤੇ ਜਾਤਾਂ ਪੱਤਾਂ ਦੇ ਤੌਰ 'ਤੇ ਜਿਨ੍ਹਾਂ ਨੇ ਧਰਮਾਂ ਨੂੰ ਵੰਡਿਆ ਹੋਇਆ ਸੀ, ਲੁੱਟ ਦੇ ਕੇਂਦਰ ਖੋਲ੍ਹੇ ਹੋਏ ਸੀ। ਐਂ ਕਹਿ ਲਈਏ ਬ੍ਰਾਹਮਣ ਲੋਕਾਂ ਨੇ, ਜਿਹੜੇ ਜਾਤ ਅਭਿਮਾਨੀ ਲੋਕ ਸੀ। ਸਾਰੇ ਲੋਕ ਨਹੀਂ ਮਾੜੇ ਸੀ, ਹਿੰਦੂ ਵੀਰ ਵੀ ਬੜੇ ਪਿਆਰ ਵਾਲੇ ਸੀ ਗੁਰੂ ਸਾਹਿਬ ਜੀ ਦੇ ਨਾਲ। ਬਹੁਤੀ ਗਿਣਤੀ ਦੇ ਵਿੱਚ ਹਿੰਦੂ ਹੀ ਜੁੜੇ ਹੋਏ ਸੀ ਗੁਰੂ ਅਮਰਦਾਸ ਜੀ ਦੇ ਨਾਲ। ਪਰ ਵਿੱਚ ਲੋਕ ਜਿਹੜੇ ਮਾੜੇ ਲੋਕ ਪੈਦਾ ਹੋਏ ਵੇ ਸੀ ਧਰਮਾਂ ਦੇ ਵਿੱਚ, ਉਹਨਾਂ ਨੇ ਗੁਰੂ ਸਾਹਿਬ ਜੀ ਦੀ ਇਸ ਵਿਰੋਧਤਾ ਦਾ ਬੜਾ ਜ਼ੋਰਾਂ ਸ਼ੋਰਾਂ ਦੇ ਨਾਲ ਵਿਰੋਧ ਕੀਤਾ ਇਸ ਗੱਲ ਦਾ। ਇਹ ਗੁਰੂ ਪਾਤਸ਼ਾਹ ਜੀ ਵੇਲੇ ਫਿਰ ਸਤੀ ਪ੍ਰਥਾ ਸਤਿਗੁਰਾਂ ਨੇ ਬੰਦ ਕਰ ਦਿੱਤੀ ਇਸ ਦਿਨ ਤੋਂ। ਫਿਰ ਸੰਗਤ ਜੀ ਹੌਲੀ ਹੌਲੀ ਗੁਰੂ ਸਾਹਿਬ ਜੀ ਨੇ ਲੰਗਰ ਪ੍ਰਥਾ ਚਾਲੂ ਕੀਤੀ। ਸਤੀ ਪ੍ਰਥਾ ਦੇ ਨਾਲ ਨਾਲ ਲੰਗਰ ਪ੍ਰਥਾ, ਲੰਗਰ ਵੀ ਜ਼ੋਰਾਂ ਸ਼ੋਰਾਂ 'ਤੇ ਚੱਲਣ ਲੱਗਿਆ ਗੋਇੰਦਵਾਲ ਸਾਹਿਬ ਦੇ ਵਿੱਚ। ਬੜੀਆਂ ਸੰਗਤਾਂ, ਗਰੀਬ ਵੀ ਉੱਥੇ ਆ ਕੇ ਬਹਿਣੇ, ਉੱਥੇ ਰਾਜੇ ਰਾਣੇ ਵੀ ਬਹਿਣੇ। ਹੁਣ ਮੈਂ ਰਾਜੇ ਰਾਣੇ ਕਿਉਂ ਕਿਹਾ ਭਲਾ, ਇਸ ਗੱਲ ਨੂੰ ਸਮਝਿਓ। ਦਰਿਆ ਜਿਹੜਾ ਸਤਲੁਜ ਦਰਿਆ ਸੀ, ਗੋਇੰਦਵਾਲ ਸਾਹਿਬ ਦੇ ਬਿਲਕੁਲ ਨਾਲ ਦੀ ਵਹਿੰਦਾ ਸੀ, ਐਂ ਕਹਿ ਲਈਏ ਵਿੱਚ ਦੀ ਵਹਿੰਦਾ ਸੀ ਗੋਇੰਦਵਾਲ ਸਾਹਿਬ ਦੇ। ਜਿਹੜਾ ਗੋਇੰਦਵਾਲ ਸਾਹਿਬ ਨਗਰ ਵਸਾਇਆ ਨਾ ਗੁਰੂ ਅਮਰਦਾਸ ਜੀ ਨੇ ਗੋਂਦੇ ਖੱਤਰੀ ਦੀ ਜ਼ਮੀਨ ਦੇ ਵਿੱਚ, ਇਹ ਐਂ ਕਹਿ ਲਈਏ ਦਰਿਆ ਦੇ ਕੰਢੇ 'ਤੇ ਹੀ ਵਸਾਇਆ ਸੀ ਨਗਰ। ਤੇ ਦਰਿਆ ਦੇ ਉੱਪਰ ਪੁਲ ਬਣਿਆ ਹੋਇਆ ਸੀ ਉਹਨਾਂ ਸਮਿਆਂ ਦੇ ਵੇਲੇ, ਜਿਹੜਾ ਦਿੱਲੀ ਤੋਂ ਲਾਹੌਰ ਨਾਲ ਜੋੜਦਾ ਸੀ ਪੁਲ। ਦਿੱਲੀ ਤੋਂ ਤੇ ਲਾਹੌਰ ਤੋਂ ਰਸਤਾ ਦਰਿਆ ਪਾਰ ਕਰਕੇ ਜਾਇਆ ਜਾਂਦਾ ਸੀ, ਪੁਲ ਬਣਿਆ ਹੋਇਆ ਸੀ। ਤੇ ਪੁਲ ਦੇ ਉੱਪਰ ਮਕਾਨ ਵੀ ਬਣਾਏ ਗਏ ਸੀ ਉਸ ਟਾਈਮ ਦੇ ਅਕਬਰ ਬਾਦਸ਼ਾਹ ਵੱਲੋਂ, ਜਾਂ ਉਦੋਂ ਪਹਿਲਾਂ ਦੀ ਗੱਲ ਕਰ ਲਈਏ ਹਮਾਊਂ ਵਰਗਿਆਂ ਵੱਲੋਂ। ਇਸ ਪੁਲ ਦੇ ਉੱਪਰ ਛੋਟੇ ਛੋਟੇ ਮਕਾਨ ਬਣਾਏ ਗਏ ਸੀ ਲੱਕੜ ਦੇ, ਪੁਲ ਦੇ ਨੇੜੇ ਕਹਿ ਲਈਏ ਜਾਂ ਦਰਿਆ ਦੇ ਕੰਢੇ 'ਤੇ ਕਹਿ ਲਈਏ, ਵੀ ਜਿਹੜੇ ਰਾਤ ਕੱਟਦੇ ਸੀ ਨਾ ਉੱਥੇ ਮੁਸਾਫਿਰ, ਦਿੱਲੀ ਤੋਂ ਲਾਹੌਰ ਜਾਣ ਵਾਲੇ ਜਾਂ ਲਾਹੌਰ ਤੋਂ ਦਿੱਲੀ ਜਾਣ ਵਾਲੇ,
ਇੱਥੇ ਜਾ ਕੇ ਰਾਤ ਕੱਢਦੇ ਸੀ ਤੇ ਰਹਿਣ ਵਾਸਤੇ ਵਿਸ਼ਰਾਮ ਕਰਨ ਵਾਸਤੇ ਜਗ੍ਹਾ ਬਣੀ ਹੋਈ ਸੀ। ਇਸੇ ਜਗ੍ਹਾ ਤੇ ਗੁਰੂ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਨਗਰ ਵਸਾ ਦਿੱਤਾ। ਹੁਣ ਉਹ ਜਿਹੜੇ ਰਾਜੇ ਰਾਣਿਆਂ ਦੇ ਕਾਕੇ, ਰਜਵਾੜਿਆਂ ਦੇ ਕਾਕੇ ਜਿਹੜੇ ਰਾਤਾਂ ਕੱਟਦੇ ਸੀ ਉੱਥੇ ਲੰਘਣ ਲੱਗੇ, ਉਹ ਜਾਂਦੇ ਜਾਂਦੇ ਗੁਰੂ ਕੇ ਲੰਗਰਾਂ 'ਚ ਵੀ ਜਾਂਦੇ, ਪ੍ਰਸ਼ਾਦਾ ਪਾਣੀ ਵੀ ਛਕਦੇ ਸੀ। ਹੁਣ ਉਸੇ ਤੱਪੜ ਤੇ ਕਹਿ ਲਈਏ, ਉਸੇ ਪੰਗਤ 'ਚ ਤਾਂ ਉਹ ਰਾਜਿਆਂ ਦੇ ਪੁੱਤ ਜਾਂ ਰਾਜੇ ਕਹਿ ਲਈਏ, ਜਾਂ ਉਸ ਟਾਈਮ ਤੇ ਜਰਨੈਲਾਂ ਦੇ ਪਰਿਵਾਰ, ਧੀਆਂ ਪੁੱਤਰ, ਉਹ ਉੱਥੇ ਲੰਗਰ ਦੇ ਵਿੱਚ ਜਾ ਕੇ ਪ੍ਰਸ਼ਾਦਾ ਛਕਦੇ ਆ। ਉਸੇ ਲੰਗਰ ਦੇ ਵਿੱਚ ਹੀ ਗਰੀਬ ਵੀ ਜਾ ਕੇ ਪ੍ਰਸ਼ਾਦਾ ਛਕਣ ਜਾਂਦੇ ਆ। ਉਸੇ ਲੰਗਰ ਦੇ ਵਿੱਚ ਹੀ ਮੁਸਲਿਮ ਵੀ ਬੈਠੇ ਆ, ਉਸੇ ਲੰਗਰ ਦੇ ਵਿੱਚ ਹਿੰਦੂ ਵੀ ਬੈਠੇ ਆ, ਉਸੇ ਲੰਗਰ ਦੇ ਵਿੱਚ ਗੁਰਸਿੱਖ ਵੀ ਬੈਠੇ ਆ। ਉੱਥੇ ਵਿਤਕਰਾ ਕਿਸੇ ਨਾਲ ਕੋਈ ਨਹੀਂ। ਉਹੀ ਭਾਂਡੇ ਹਿੰਦੂ ਨੂੰ ਦਿੱਤੇ ਜਾ ਰਹੇ ਆ, ਉਹਨਾਂ ਬਰਤਨਾਂ 'ਚੋਂ ਹੀ ਬਰਤਨ ਮੁਸਲਮਾਨਾਂ ਨੂੰ ਦਿੱਤੇ ਜਾ ਰਹੇ ਆ। ਉਹੀ ਖਾਣਾ ਹਿੰਦੂਆਂ ਲਈ ਬਣਿਆ ਤੇ ਉਹੀ ਖਾਣਾ ਮੁਸਲਮਾਨਾਂ ਦੇ ਲਈ ਬਣਿਆ, ਉਹੀ ਸਿੱਖਾਂ ਦੇ ਲਈ ਬਣਿਆ। ਕੋਈ ਵਿਤਕਰਾ ਨਹੀਂ ਕਿਸੇ ਪ੍ਰਕਾਰ ਦਾ ਕਿਸੇ ਦੇ ਨਾਲ। ਜਦੋਂ ਇਹ ਗੱਲਾਂ ਵੀ ਉਹਨਾਂ ਜਾਤ ਭਵਾਨੀ ਲੋਕਾਂ ਨੇ, ਜਿਨ੍ਹਾਂ ਦੀ ਸਤੀ ਪ੍ਰਥਾ ਬੰਦ ਕਰ ਦਿੱਤੀ ਗੁਰੂ ਅਮਰਦਾਸ ਜੀ ਨੇ, ਉਹਨਾਂ ਨੇ ਇਹ ਗੱਲਾਂ ਵੀ ਨੋਟ ਕੀਤੀਆਂ। ਦੇਖੋ, ਵਿਰੋਧੀ ਹੁੰਦਾ ਨਾ ਜਿਹੜਾ ਜੀ, ਤੁਸੀਂ ਗੱਲ ਨੂੰ ਨੋਟ ਕਰਿਓ, ਜਿਹੜਾ ਵਿਰੋਧੀ ਬੰਦਾ ਹੁੰਦਾ ਦੁਨੀਆ ਦੇ ਵਿੱਚ, ਕਿਸੇ ਦਾ ਵੀ ਵਿਰੋਧੀ ਕਹਿ ਲਗੇ, ਉਹ ਨਿੱਕੇ ਨਿੱਕੇ ਪੁਆਇੰਟ ਨੋਟ ਕਰਦਾ ਆਪਦੇ, ਕਿਉਂਕਿ ਉਹਦਾ ਕੰਮ ਕੀ ਹੁੰਦਾ, ਉਹਨੇ ਦੂਸਰੇ ਦੇ ਨਿੱਕੇ ਨਿੱਕੀਆਂ ਗੱਲਾਂ ਨੂੰ ਵੀ ਨੋਟ ਕਰ ਲੈਣਾ। ਤੇ ਗੁਰੂ ਅਮਰਦਾਸ ਮਹਾਰਾਜ ਜੀ ਵੇਲੇ ਸੱਚ ਨੂੰ ਨੋਟ ਕਰਦੇ ਰਹੇ ਉਹ ਲੋਕ। ਉਹਨਾਂ ਨੇ ਇਹ ਗੱਲਾਂ ਨੋਟ ਕੀਤੀਆਂ ਵੀ ਅਕਬਰ ਬਾਦਸ਼ਾਹ ਨੂੰ ਲਿਖਤੀ ਰੂਪ 'ਚ ਇੱਕ ਤਾਂ ਸਤੀ ਪ੍ਰਥਾ ਵਾਲੀ ਸ਼ਿਕਾਇਤ ਭੇਜਤੀ ਸੀ, ਵੀ ਦੂਜੀ ਸ਼ਿਕਾਇਤ ਆਪਾਂ ਭੇਜਾਂਗੇ ਵੀ ਆਹ ਲੰਗਰ ਪ੍ਰਥਾ ਤੇਰੇ ਦਰਬਾਰ ਦੇ ਵਿਰੁੱਧ ਗੱਲਾਂ ਕਰਦੇ ਆ ਸਾਰੀਆਂ। ਇਹ ਤਾਂ ਤੇ ਇਹ ਵੀ ਲਿਖਤੀ ਰੂਪ ਦੇ ਵਿੱਚ ਲਿਖ ਲਿਆ ਵੀ ਉੱਥੇ ਉਸੇ ਲੰਗਰ 'ਚ, ਉਸੇ ਪੰਗਤ 'ਚ ਇੱਕ ਨੂੰ ਪ੍ਰਸ਼ਾਦਾ, ਉਸੇ 'ਚ ਹੀ ਦੂਜੇ ਨੂੰ, ਉੱਥੇ ਹੀ ਰਾਜੇ ਰਾਣੀਆਂ ਦੇ ਧੀਆਂ ਪੁੱਤ ਬਹਿੰਦੇ ਆ ਤੇ ਉੱਥੇ ਹੀ ਗਰੀਬ ਬਹਿੰਦੇ ਆ। ਇਹ ਸਾਰਾ ਕੁਝ ਅਕਬਰ ਕੋਲ ਲਿਖਤੀ ਰੂਪ ਦੇ ਵਿੱਚ ਭੇਜ ਦਿੱਤਾ। ਤੀਸਰੀ ਗੱਲ ਲਿਖੀ, ਕਹਿੰਦੇ ਵੀ ਇਹ ਤਾਂ ਆਪਦੀ ਪੂਜਾ ਕਰਾਉਣ ਲੱਗ ਪਏ ਇੱਥੇ ਗੋਇੰਦਵਾਲ ਦੇ ਵਿੱਚ। ਲੋਕ ਜਿਵੇਂ ਤੈਨੂੰ ਨਮਸਕਾਰਾਂ ਕਰਦੇ ਆ ਅਕਬਰ ਬਾਦਸ਼ਾਹ, ਉਵੇਂ ਗੁਰੂ ਅਮਰਦਾਸ ਜੀ ਨੂੰ ਕਰਦੇ ਆ। ਇੱਥੋਂ ਤੱਕ ਗੱਲਾਂ ਲਿਖ ਦਿੱਤੀਆਂ, ਕਹਿੰਦੇ ਇੱਕ ਦਿਨ ਤੇਰੀ ਗੱਦੀ ਨੂੰ ਵੀ ਹੱਥ ਪਾਉਣਗੇ, ਇਹ ਤੇਰੀ ਗੱਦੀ ਇਹ ਖੋਹਣ ਦੀ ਕੋਸ਼ਿਸ਼ ਕਰਨਗੇ, ਆਪ ਤੇਰੀ ਗੱਦੀ ਤੇ ਬੈਠਣ ਦੀ ਇਹ ਕੋਸ਼ਿਸ਼ ਕਰਨਗੇ। ਇੱਕ ਦਿਨ ਐਂ ਕਹਿ ਲਿਆ ਵੀ ਤੇਰੇ ਤਖਤ ਤੇ ਬੈਠੂਗਾ ਕਿ ਗੁਰੂ ਅਮਰਦਾਸ ਜੀ। ਜਦੋਂ ਇਹ ਗੱਲਾਂ ਸੰਗਤ ਜੀ ਸਾਰੀਆਂ ਨੋਟ ਕਰਕੇ, ਗੁਰੂ ਸਾਹਿਬ ਜੀ ਦੀ ਵਿਰੋਧਤਾ ਕਰਕੇ ਅਕਬਰ ਬਾਦਸ਼ਾਹ ਨੂੰ ਲਿਖ ਕੇ ਭੇਜ ਦਿੱਤੀਆਂ ਨਾ, ਫਿਰ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਉੱਥੋਂ ਇੱਕ ਚਿੱਠੀ ਕੱਢੀ, ਜਿਹਨੂੰ ਫਤਵਾ ਕਹਿ ਦਈਏ ਅਸੀਂ, ਚਿੱਠੀ ਭੇਜੀ। ਗੁਰੂ ਸਾਹਿਬ ਜੀ ਨੂੰ ਬੁਲਾਇਆ ਗਿਆ, ਤਲਬ ਕੀਤਾ ਗਿਆ ਵੀ ਤੁਸੀਂ ਆਓ ਅਕਬਰ ਦੇ ਦਰਬਾਰ 'ਚ ਆ ਕੇ ਸਾਨੂੰ ਇਹਨਾਂ ਗੱਲਾਂ ਦੇ ਜਵਾਬ ਦਿਓ। ਪਰ ਸੰਗਤ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ 3 ਲੋਕਾਂ ਦੇ ਮਾਲਕ ਹੋ। ਅਕਬਰ ਤਾਂ ਇਕੱਲੀ ਆਹ ਦੁਨੀਆ ਦਾ ਹੀ ਮਾਲਕ ਆ ਨਾ, ਭਾਰਤ ਦੇ ਵਿੱਚ ਹੀ ਰਾਜਾ ਹੈ, ਪਰ ਤੁਸੀਂ 3 ਲੋਕਾਂ ਦੇ ਮਾਲਕ ਹੋ, ਪਤਾਲ, ਧਰਤੀ ਤੇ ਆਕਾਸ਼। ਤੁਸੀਂ ਨਹੀਂ ਜਾਣਾ ਅਕਬਰ ਦੇ ਦਰਬਾਰ 'ਚ। ਗੁਰੂ ਦੀ ਨਰਾਦਰੀ ਹੈ ਇਸ ਗੱਲ ਦੇ ਵਿੱਚ। ਦੂਸਰੀ ਗੱਲ ਮਹਾਰਾਜ ਜੀ ਨੂੰ ਕਹਿਣ ਲੱਗੀ ਸੰਗਤ, ਕਹਿੰਦੇ ਤੁਸੀਂ ਉਮਰ ਦੇ ਵਿੱਚ ਵੀ ਵਡੇਰੇ ਹੋ ਚੁੱਕੇ ਹੋ, ਤੁਹਾਡਾ ਉੱਥੇ ਜਾਣਾ ਠੀਕ ਨਹੀਂ ਰਹੇਗਾ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੰਗਤ ਨਾਲ ਸਲਾਹ ਕੀਤੀ, ਫਿਰ ਕਿਹਨੂੰ ਭੇਜਿਆ ਜਾਵੇ। ਫਿਰ ਭਾਈ ਜੇਠੇ ਤੇ ਗੁਰੂ ਪਾਤਸ਼ਾਹ ਜੀ ਨੇ ਨਜ਼ਰ ਟਿਕਾਈ। ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਮਹਾਰਾਜ ਜੀ, ਸਤਿਕਾਰਯੋਗ ਪਾਤਸ਼ਾਹ, ਭਾਈ ਜੇਠੇ ਨੂੰ ਭੇਜਿਆ। ਫਿਰ ਗੁਰੂ ਕੇ ਦਰਬਾਰ ਦੇ ਵਿੱਚੋਂ ਅਕਬਰ ਦੇ ਦਰਬਾਰ ਦੇ ਵਿੱਚ ਜਵਾਬ ਦੇਣ ਵਾਸਤੇ ਇਹਨਾਂ ਗੱਲਾਂ ਦਾ। ਫਿਰ ਹਰ ਇੱਕ ਸਵਾਲ ਦਾ ਜਵਾਬ ਦਲੀਲਾਂ ਦੇ ਨਾਲ ਦਿੱਤਾ ਗੁਰੂ ਰਾਮਦਾਸ ਜੀ ਨੇ। ਭਾਈ ਜੇਠਾ ਜੀ ਨੇ ਦਲੀਲ ਦੇ ਨਾਲ ਗੱਲ ਕਰਕੇ ਅਕਬਰ ਦੇ ਹਰ ਇੱਕ ਸਵਾਲ ਦਾ ਜਵਾਬ ਦੇ ਦਿੱਤਾ ਵੀ ਅਕਬਰ ਤੂੰ ਉੱਥੇ ਚੱਲ ਕੇ ਦੇਖੀ, ਸਾਡੇ ਗੁਰੂ ਕੇ ਲੰਗਰ ਦੇ ਵਿੱਚ ਕਿਸੇ ਨਾਲ ਵੀ ਵਿਰੋਧਤਾ ਨਹੀਂ ਕੀਤੀ ਜਾਂਦੀ। ਹਾਂ, ਜੇ ਤੈਨੂੰ ਲੱਗਿਆ ਵੀ ਕਿਸੇ ਦੇ ਨਾਲ ਵਿਤਕਰਾ ਜਾਂ ਵਿਰੋਧਤਾ ਕੀਤੀ ਜਾਂਦੀ ਹੈ ਤਾਂ ਤੂੰ ਜੋ ਮਰਜ਼ੀ ਸਜ਼ਾ ਦੇ ਸਕਦਾ ਹੈ। ਤੇ ਫਿਰ ਸੰਗਤ ਜੀ ਅਕਬਰ ਨੇ ਸਵਾਲ ਪੁੱਛੇ ਸੀ ਗੁਰੂ ਸਾਹਿਬ ਜੀ ਨੂੰ, ਜਿਹੜੇ ਬਾਣੀ ਦੇ ਵਿੱਚ ਵੀ ਦਰਜ ਆ। ਮੈਂ ਇਹ ਪੰਗਤੀਆਂ ਬੋਲ ਕੇ ਸਮਾਪਤੀ ਕਰਾਂ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪੁੱਛਿਆ, ਕਹਿੰਦੇ ਤੂੰ ਕਿਹਦੇ ਧੜਾ, ਤੁਹਾਡਾ ਧੜਾ ਕਿੱਧਰ ਨੂੰ ਜਾਂਦਾ ਹੈ, ਤੁਸੀਂ ਕਿਹੜੇ ਧੜੇ ਨਾਲ ਜੁੜੇ ਹੋਏ ਹੋ,
ਤੁਹਾਡਾ ਧੜਾ ਕਿੱਧਰ ਨੂੰ ਝੁਕਦਾ ਹੈ। ਗੁਰੂ ਰਾਮਦਾਸ ਜੀ ਨੇ ਇੱਥੇ ਫਿਰ ਬਚਨ ਬੋਲਿਆ, ਕਹਿੰਦੇ ਕਿਨਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ, ਕਿਨਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਨਹੀ ਧੜਾ ਕੀਆ ਚੌਧਰੀ ਨਾਲ ਆਪਣੇ ਸਿੱਕਦਾਈ, ਹਮਾਰਾ ਧੜਾ ਹਰ ਰਹਿਆ ਸਮਾਈ। ਕਹਿੰਦੇ ਕਈਆਂ ਨੇ ਧੜੇ ਕੀਤੇ ਆ ਮਿੱਤਰਾਂ ਸੁੱਤਰਾਂ ਪੁੱਤਰਾਂ ਦੇ ਨਾਲ, ਮਿੱਤਰ ਸੁੱਤ ਭਾਈ ਭਾਈਆਂ ਦੇ ਨਾਲ। ਕਈਆਂ ਦਾ ਧੜਾ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਕੁੜਮ ਸਕੇ ਨਾਲ ਜਵਾਈ, ਕੁੜਮਾਂ ਵੱਲ ਨੂੰ ਕਈਆਂ ਦੀ ਨੇੜਤਾ ਵੱਧ ਹੁੰਦੀ ਆ, ਜਵਾਈਆਂ ਨਾਲ ਜ਼ਿਆਦਾ ਬਣਦੀ ਹੁੰਦੀ ਹੈ। ਕਈਆਂ ਦਾ ਧੜਾ ਉੱਧਰ ਨੂੰ ਝੁਕ ਜਾਂਦਾ ਹੈ। ਕਈਆਂ ਦਾ ਧੜਾ ਚੌਧਰੀ ਨਾਲ ਆਪਣੇ ਸਿੱਕਦਾਈ, ਚੌਧਰੀਆਂ ਨਾਲ ਬਣਦੀ ਹੁੰਦੀ ਆ। ਅਕਬਰ ਵੱਲ ਗੁਰੂ ਰਾਮਦਾਸ ਮਹਾਰਾਜ ਜੀ ਨੇ, ਭਾਈ ਜੇਠਾ ਜੀ ਨੇ ਤੱਕ ਕੇ ਉਂਗਲ ਕਰਕੇ ਕਿਹਾ, ਕਹਿੰਦੇ ਕਈਆਂ ਦੀ ਤੇਰੇ ਤੱਕ ਪਹੁੰਚ ਹੁੰਦੀ ਆ, ਸਰਕਾਰੇ ਦਰਬਾਰੇ ਪਹੁੰਚ ਹੋਵੇ, ਉਹ ਆਪਦੇ ਹੰਕਾਰ ਹਉਮੈ 'ਚ ਹੁੰਦਾ ਵੀ ਮੇਰੀ ਤਾਂ ਜੀ ਫਲਾਨੇ ਨਾਲ ਬਣਦੀ ਆ, ਇੱਥੋਂ ਤੱਕ ਪਹੁੰਚ ਹੈ ਮੇਰੀ ਤਾਂ, ਉਹ ਸਰਕਾਰੇ ਦਰਬਾਰੇ ਪਹੁੰਚ। ਗੁਰੂ ਸਾਹਿਬ ਜੀ ਕਹਿੰਦੇ ਕਿਨਹੀ ਧੜਾ ਕੀਆ ਚੌਧਰੀ ਨਾਲ ਆਪਣੇ ਸਿੱਕਦਾਈ। ਤੇ ਪਰ ਅੱਗੇ ਗੁਰੂ ਰਾਮਦਾਸ ਜੀ ਨੇ, ਭਾਈ ਜੇਠਾ ਜੀ ਨੇ ਕਹਿ ਦਿੱਤਾ, ਹਮਾਰਾ ਧੜਾ ਹਰ ਰਹਿਆ ਸਮਾਈ। ਸਾਡਾ ਧੜਾ ਹਰੀ ਪਰਮੇਸ਼ਰ ਪਰਮਾਤਮਾ ਵੱਲ ਨੂੰ ਝੁਕਦਾ ਹੈ, ਦੁਨੀਆ ਦੇ ਬਾਦਸ਼ਾਹਾਂ ਅੱਗੇ ਸਾਡਾ ਧੜਾ ਨਹੀਂ ਝੁਕਦਾ ਕਦੇ। ਤੇ ਜਦੋਂ ਇਹ ਗੱਲ ਕਹੀ ਨਾ ਸੰਗਤ ਜੀ, ਤੁਸੀਂ ਹਿਸਾਬ ਲਾਓ, ਕਦੇ ਮਨ ਦੇ ਵਿੱਚ ਇਸ ਗੱਲ ਦੀ ਤਸਵੀਰ ਸੋਚ ਕੇ ਦੇਖੋ ਵੀ ਅਕਬਰ ਦੇ ਦਰਬਾਰ 'ਚ ਕਿੱਡੇ ਕਿੱਡੇ ਦਿਮਾਗਾਂ ਵਾਲੇ ਲੋਕ ਬੈਠੇ ਹੋਣਗੇ ਉਸ ਸਮੇਂ 'ਤੇ। ਕਿੱਥੋਂ ਕਿੱਥੋਂ ਦੇ ਜਰਨੈਲ ਨਹੀਂ ਬੈਠੇ ਹੋਣੇ, ਪੂਰੇ ਭਾਰਤ ਦੇ ਹੁਸ਼ਿਆਰ ਤੋਂ ਹੁਸ਼ਿਆਰ ਰਾਜੇ ਤੇ ਲੋਕ ਬੈਠੇ ਸੀ, ਜਿਨ੍ਹਾਂ ਦੇ ਵਿੱਚ ਖੜ ਕੇ ਕਹਿ ਦਿੱਤਾ ਸਾਡਾ ਧੜਾ ਅਕਬਰ ਬਾਦਸ਼ਾਹ ਤੇਰੇ ਵਰਗਿਆਂ ਮੂਹਰੇ ਨਹੀਂ ਝੁਕਦਾ ਕਦੇ। ਹਾਂ, ਸੱਚ ਤੇ ਪਹਿਰਾ ਦੇਣ ਵਾਲੇ ਹਾਂ, ਸਾਡਾ ਧੜਾ ਸੱਚ ਦਾ ਪਹਿਰਾ ਹੈ ਤੇ ਸੱਚ ਅਸੀਂ ਬੋਲਣੋਂ ਹਟਦੇ ਨਹੀਂ। ਸਾਡੇ ਗੁਰੂ ਨਾਨਕ ਨੇ ਵੀ ਸੱਚ ਬੋਲਿਆ, ਸਾਡੇ ਗੁਰੂ ਅੰਗਦ ਦੇਵ ਜੀ ਨੇ ਵੀ ਸੱਚ ਬੋਲਿਆ, ਤੇ ਸਾਡੇ ਗੁਰੂ ਅਮਰਦਾਸ ਮਹਾਰਾਜ ਜੀ ਵੀ ਸੱਚ ਦੇ ਨਾਲ ਹੀ ਚੱਲਦੇ ਨੇ। ਉਹ ਤੇਰੇ ਵਰਗਿਆਂ ਨੂੰ ਭਾਵੇਂ ਵਿਰੋਧਤਾ ਵਾਲੀਆਂ ਗੱਲਾਂ ਲੱਗਣ। ਤੇ ਜਦੋਂ ਇਹ ਗੱਲਾਂ ਕਹੀਆਂ ਨਾ, ਅਕਬਰ ਦੇ ਮਨ ਦੇ ਵਿੱਚ ਇੱਕ ਸਵਾਲ ਉੱਠਿਆ ਵੀ ਮੈਂ ਵੀ ਜਾ ਕੇ ਉਹ ਦਰ ਨੂੰ ਦੇਖਣਾ ਕਰਾਂ, ਕਿਵੇਂ ਲੰਗਰ ਪ੍ਰਥਾ ਚੱਲਦੀ ਆ ਉੱਥੇ, ਕਿਵੇਂ ਉੱਥੇ ਸਾਰਿਆਂ ਨਾਲ ਇੱਕੋ ਜਿਹਾ ਵਰਤਾਰਾ ਹੁੰਦਾ ਹੈ। ਅਕਬਰ ਫਿਰ ਭਾਈ ਜੇਠਾ ਜੀ ਨੂੰ ਕਹਿਣ ਲੱਗੇ, ਕਹਿੰਦੇ ਜੇਠਿਆ ਮੈਨੂੰ ਮਿਲਾ ਭਾਈ ਤੇਰੇ ਗੁਰੂ ਦੇ ਨਾਲ। ਤੇ ਫਿਰ ਅਕਬਰ ਬਾਦਸ਼ਾਹ ਆਪ ਚੱਲ ਕੇ ਆਇਆ ਸੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ। ਕਿਸੇ ਦਿਨ ਵਾਰਤਾ ਇਹ ਵੀ ਅੱਗੇ ਸਾਂਝੀ ਕਰਾਂਗੇ, ਅਜੇ ਇਤਿਹਾਸ ਦੇ ਵਿੱਚੋਂ ਹੋਰ ਬੜਾ ਕੁਝ ਸੰਗਤ ਨਾਲ ਸਾਂਝਾ ਕਰਨ ਵਾਲਾ ਪਿਆ। ਫਿਰ ਅਕਬਰ ਬਾਦਸ਼ਾਹ ਭਾਈ ਜੇਠੇ ਨੂੰ ਕਹਿੰਦਾ ਮੈਨੂੰ ਮਿਲਾ ਤੇਰੇ ਗੁਰੂ ਦੇ ਨਾਲ, ਜਿਹਦਾ ਸਿੱਖ ਇੰਨੇ ਵਧੀਆ ਤਸੱਲੀ ਦੇ ਨਾਲ ਸਵਾਲਾਂ ਦੇ ਜਵਾਬ ਦੇ ਸਕਦਾ ਹੈ, ਤੇ ਗੁਰੂ ਕਿਹੋ ਜਿਹਾ ਹੋਵੇਗਾ ਉਹ। ਤੇ ਫਿਰ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਜੀ ਦੇ ਦਰਬਾਰ ਆਉਣਾ ਕੀਤਾ ਸੀ। ਤੇ ਉਸ ਵਕਤ ਵੀ ਅਕਬਰ ਬਾਦਸ਼ਾਹ ਜਦੋਂ ਫੌਜਾਂ ਲੈ ਕੇ ਆਇਆ ਨਾ, ਲਾਲ ਲਸ਼ਕਰ ਲੈ ਕੇ ਆਇਆ, ਘੋੜਿਆਂ 'ਤੇ ਚੜ੍ਹ ਕੇ ਗੁਰੂ ਕੇ ਦਰਬਾਰ ਤੱਕ ਪਹੁੰਚਿਆ, ਉਦੋਂ ਬਹੁਤੇ ਗੁਰਸਿੱਖ ਗੁਰੂ ਅਮਰਦਾਸ ਜੀ ਦੇ ਕੋਲ ਚੱਲ ਕੇ ਗਏ, ਕਹਿੰਦੇ ਮਹਾਰਾਜ ਅਕਬਰ ਬਾਦਸ਼ਾਹ ਆਇਆ ਦਰਬਾਰ ਦੇ ਵਿੱਚ। ਤੇ ਗੁਰੂ ਅਮਰਦਾਸ ਜੀ ਕਹਿੰਦੇ ਫਿਰ ਕਿੱਡੀ ਇੱਕ ਗੱਲ ਹੈ ਭਾਈ, ਦੇਖੋ ਅੱਜ ਤਾਂ ਜੇ ਕੋਈ ਛੋਟਾ ਜਿਹਾ ਦੁਨੀਆ ਦਾ ਬਾਦਸ਼ਾਹ ਆ ਜੇ ਨਾ ਆਪਣੇ ਵਰਗਿਆਂ ਦੇ ਘਰ ਜਾਂ ਪਿੰਡ 'ਚ ਆ ਜੇ, ਜਾਂ ਐਂ ਕਹਿ ਲਈਏ ਕਿਸੇ ਦਰਬਾਰ 'ਚ, ਤੇ ਸਾਰਾ ਪਿੰਡ ਭੱਜਿਆ ਫਿਰਦਾ ਮੂਹਰੇ ਲੱਗਿਆ। ਤੇ ਗੁਰੂ ਅਮਰਦਾਸ ਜੀ ਦੇ ਦਰਬਾਰ 'ਚ ਅਕਬਰ ਬਾਦਸ਼ਾਹ ਆਇਆ। ਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਮਹਾਰਾਜ ਕਹਿੰਦੇ ਫਿਰ ਕਿੱਡੀ ਇੱਕ ਗੱਲ ਹੈ ਜੇ ਆ ਗਿਆ ਤਾਂ। ਤੇ ਪਰ ਗੁਰੂ ਸਾਹਿਬ ਜੀ ਕਹਿੰਦੇ ਇੱਕ ਉਹਦੇ ਕੰਨ ਦੇ ਵਿੱਚ ਗੱਲ ਪਾ ਦਿਓ ਜਾ ਕੇ, ਗੁਰਸਿੱਖੋ ਉਹਨੂੰ ਕਹਿ ਪਹਿਲਾਂ ਪੰਗਤ ਕਰਕੇ ਆ ਤੇ ਸੰਗਤ ਫੇਰ ਕਰਾਂਗੇ ਉਹਦੇ ਨਾਲ, ਜੇ ਪੰਗਤ ਨਾ ਕੀਤੀ ਸੰਗਤ ਨਹੀਂ ਕਰਨੀ ਅਸੀਂ ਉਹਦੇ ਨਾਲ। ਕਹਿਣ ਦਾ ਭਾਵ ਪਹਿਲਾਂ ਲੰਗਰ ਦੇ ਵਿੱਚ ਜਾਵੇ, ਪ੍ਰਸ਼ਾਦਾ ਪਾਣੀ ਛਕ ਕੇ ਆਵੇ, ਸਾਰੀਆਂ ਸੰਗਤਾਂ 'ਚ ਬੈਠ ਕੇ ਪੰਗਤ ਦੇ ਵਿੱਚ ਬਹਿ ਕੇ ਫਿਰ ਆ ਜਾਵੇ ਗੱਲਬਾਤ ਕਰਨ ਵਾਸਤੇ, ਫਿਰ ਸੰਗਤ ਵੀ ਕਰਾਂਗੇ, ਗੱਲ ਵੀ ਕਰਾਂਗੇ ਉਹਦੇ ਨਾਲ। ਕਿਉਂਕਿ ਗੁਰੂ ਸਾਹਿਬ ਜਾਣੀ ਜਾਣ ਸੀ, ਅਕਬਰ ਜੋ ਦੇਖਣ ਵਾਸਤੇ ਆਇਆ ਸੀ ਇਸ ਦਰਬਾਰ ਦੇ ਵਿੱਚ, ਪਹਿਲਾਂ ਗੁਰੂ ਸਾਹਿਬ ਕਹਿੰਦੇ ਇਹਨੂੰ ਉਹੀ ਦਿਖਾਈਏ, ਇਹਨੂੰ ਤਸੱਲੀ ਹੋ ਜਾਵੇ। ਫਿਰ ਅਕਬਰ ਨੇ ਜਦੋਂ ਦੇਖਿਆ ਪੰਗਤ ਦੇ ਵਿੱਚ ਉੱਥੇ ਰਾਜੇ ਨੂੰ ਵੀ ਉਹੀ ਭੋਜਨ, ਉੱਥੇ ਗਰੀਬ ਨੂੰ ਵੀ ਉਹੀ, ਉੱਥੇ ਭਿਖਾਰੀ ਨੂੰ ਵੀ ਉਹੀ, ਉੱਥੇ ਸ਼ਹਿਨਸ਼ਾਹਾਂ ਨੂੰ ਵੀ ਉਹੀ ਭੋਜਨ, ਸਭ ਦੇ ਨਾਲ, ਉੱਥੇ ਹਿੰਦੂ ਲਈ ਵੀ ਉਹ, ਉੱਥੇ ਮੁਸਲਮਾਨ ਦੇ ਲਈ ਵੀ ਉਹੀ ਭੋਜਨ। ਜਦੋਂ ਕਿਸੇ ਨਾਲ ਵਿਤਕਰਾ ਨਹੀਂ ਸੀ ਦੇਖਿਆ ਨਾ, ਤੇ ਅਕਬਰ ਦਾ ਮਨ ਖੁਸ਼ ਹੋ ਗਿਆ ਵੀ ਆਹ ਅਸਲ ਦਰਬਾਰ ਤਾਂ ਗੁਰੂ ਕਾ। ਫਿਰ ਪ੍ਰਸ਼ਾਦਾ ਪਾਣੀ ਛਕ ਕੇ ਸੰਗਤ ਅੱਗੇ, ਸਿੰਘਾਂ ਅੱਗੇ ਬੇਨਤੀ ਕੀਤੀ, ਗੁਰਸਿੱਖਾਂ ਨੂੰ ਕਹਿਣ ਲੱਗਿਆ ਮੈਨੂੰ ਮਿਲਾਓ ਗੁਰੂ ਅਮਰਦਾਸ ਜੀ ਦੇ ਨਾਲ। ਹੁਣ ਫਿਰ ਗਿਆ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਅਕਬਰ ਬਾਦਸ਼ਾਹ ਨੇ ਨਮਸਕਾਰ ਕੀਤੀ ਤੇ ਬੈਠ ਗਿਆ ਦਰਬਾਰ ਦੇ ਵਿੱਚ।
सतगुरां दे सामने जदों संगत रूप दे विच बैठा ना, महाराज जी दे नाल बड़ियां गल्लां विचारां कीतियां ते करदियां करदियां गल्लां विचारां एक दिन माफ़ करना उसे समय उठ के गुरु साहब जी नूं कहंदा जी एक बेनती करां। गुरु साहब कहंदे हाँ बादशाह। कहन लग्या जी आ जिहड़ी लंगर प्रथा चलदी है तुहाडी, लंगर दे किन्ना क खर्चा आ जांदा होऊ? महाराज कहंदे कदे हिसाब किताब नहीं लाया भाई, जो आउंदा है संगत दा उही संगत च वरताई जाने अगे। कहंदा जी मैनू सारा खर्चा मेरी झोली पा दिओ, मैनू सौंप दिओ, लंगर दी सारी सेवा मैनू दे दिओ, मैं ही करदा रहांगा इस लंगर दी सेवा। गुरु साहब कहंदे नहीं भाई अकबर, ये बादशाह फिर तो ये तेरा लंगर हो जाएगा, अकबर बादशाह का लंगर, गुरु का लंगर नहीं रहना। इत्थे तां गरीब की कौडी भी उन्ने ही मुੱਲ दी है, इत्थे राजिਆਂ महाराजिਆਂ दे दिते हीरे जवाहर मोती भी उन्ने मुੱਲ दे है, इत्थे ये नहीं किया जाता। माफ़ करना, ये लंगर प्रथा गुरु अमरदास महाराज जी की चलाई हुई है। तो इस प्रथा का, सती प्रथा का विरोध भी बड़ा होया सी उन्हां टाइमां ते जोरां शोरां ते। ये अज आपां सती प्रथा ते लंगर प्रथा की विचार की है। कल नूं इतिहास गुरु पातशाह जी का अगला आप संगत दे नाल साझा करांगे। गुरु किरपा करे, बोलदिआं तो बड़ियां त्रुटियां भुल्लां गलतियां हो जांदियां। संगत समझदार है, सूझबान है, सत्कारयोग है, होईयां भुल्लां दी संगत ने माफ़ी देनी। धन गुरु ग्रंथ साहिब महाराज जी आप जी दे पावन दरबार दे विच सेवा निभाई है। महाराज जी सेवा करदे तो बहुत त्रुटियां हो जांदियां, जानी जान पातशाह होईयां भुल्लां त्रुटियां गलतियां दी माफ़ी देनी जी। अगे तो पातशाह जी समत बख्शनी, सदा अंग संग रह के सहायता करनी जी। सारी संगत गज के बुलाओ फतेह भाई, आखो वाहिगुरु जी का खालसा वाहिगुरु जी की फतेह।